ਪਵਿੱਤਰ ਆਤਮਾ ਲਈ ਬਚਨ ਚੈਪਟਰ 14। ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ਰ ਉੱਤੇ ਨਿਸ਼ਚਾ ਕਰੋ ਔਰ ਮੇਰੇ ਉੱਤੇ ਵੀ ਨਿਸ਼ਚਾ ਕਰੋ। ਮੇਰੇ ਪਿਤਾ ਦੇ ਘਰ 'ਚ ਬਹੁਤ ਸਾਰੇ ਨਿਵਾਸ ਹਨ, ਨਹੀਂ ਤਾਂ ਮੈਂ ਤੁਹਾਨੂੰ ਨਾ ਕਹਿੰਦਾ, ਕਿਉਂ ਜੋ ਮੈਂ ਤੁਹਾਡੇ ਪ੍ਰੇਜ਼ ਦ ਲਾਰਡ। ਤਾਂ ਯਿਸੂ ਦਾ ਲੱਖ ਲੱਖ ਸ਼ੁਕਰ ਦੀ ਪਾਕ ਪਵਿੱਤਰ ਜ਼ੁਰ ਜੀ ਮੈਂ ਤੁਹਾਡੇ ਰੂਬਰੂ ਹੋ ਗਈ ਲੈ ਕੇ ਅੱਜ ਦੀ ਵਿਚਾਰਧਾਰਾ, ਜਿਹਦੇ ਵਿੱਚ ਅਸੀਂ ਇਹ ਦੇਖਣਾ ਕਿ ਕੀ ਤੁਸੀਂ ਵਚਨ ਮੁਤਾਬਕ ਜਿਉਂਦੇ ਹੋ ਜਾਂ ਵਚਨ ਤੋਂ ਬਾਹਰ। ਕਈ ਵਾਰ ਇਨਸਾਨ ਬੁਰੇ ਕੰਮ ਕਰਦਾ ਹੋਇਆ ਵੀ ਬਲੈਸਿੰਗ ਹਾਸਲ ਪਵਿੱਤਰ ਆਤਮਾ ਲਈ ਬਚਨ ਚੈਪਟਰ 14। ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ਰ ਉੱਤੇ ਨਿਸ਼ਚਾ ਕਰੋ ਔਰ ਮੇਰੇ ਉੱਤੇ ਵੀ ਨਿਸ਼ਚਾ ਕਰੋ। ਮੇਰੇ ਪਿਤਾ ਦੇ ਘਰ 'ਚ ਬਹੁਤ ਸਾਰੇ ਨਿਵਾਸ ਹਨ, ਨਹੀਂ ਤਾਂ ਮੈਂ ਤੁਹਾਨੂੰ ਨਾ ਕਹਿੰਦਾ, ਕਿਉਂ ਜੋ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਨੂੰ ਜਾਂਦਾ ਹਾਂ ਔਰ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ, ਤਾਂ ਜੋ ਫਿਰ ਆਣ ਕੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ। ਵੀ ਜਿੱਥੇ ਮੈਂ ਹਾਂ ਤੁਸੀਂ ਵੀ ਹੋਵੋ, ਔਰ ਜਿੱਥੇ ਮੈਂ ਜਾਂਦਾ ਹਾਂ ਉੱਥੇ ਤੁਸੀਂ ਉਸ ਤਰ੍ਹਾਂ ਜਾਣਦੇ ਹੋ। ਥੋਮਾ ਨੇ ਉਹਨੂੰ ਆਖਿਆ, ਪ੍ਰਭੂ ਜੀ ਸਾਨੂੰ ਇਹੋ ਪਤਾ ਨਹੀਂ ਕਿ ਤੂੰ ਕਿੱਥੇ ਜਾਣਾ ਹੈ, ਤੇ ਫਿਰ ਰਾਹ ਕਿਵੇਂ ਜਾਣੀ ਹੈ। ਯਿਸੂ ਨੇ ਉਹਨੂੰ ਕਿਹਾ, ਰਾਹ ਤੇ ਸੱਚਾਈ ਤੇ ਜਿਉਣ ਮੈਂ ਹਾਂ, ਜੋ ਮੇਰੇ ਵਸੀਲੇ ਬਿਨਾਂ ਪਿਤਾ ਦੇ ਕੋਲ ਨਹੀਂ ਆਉਂਦਾ। ਜੋ ਤੁਸੀਂ ਮੈਨੂੰ ਜਾਣਦੇ ਤੇ ਮੇਰੇ ਪਿਤਾ ਨੂੰ ਵੀ ਜਾਣਦੇ, ਇਦੋਂ ਅੱਗੇ ਤੁਸੀਂ ਉਹਨੂੰ ਜਾਣਦੇ ਤੇ ਉਹਨੂੰ ਵੇਖ ਲਿਆ ਹੈ। ਫਿਲਿਪਸ ਨੇ ਉਹਨੂੰ ਆਖਿਆ, ਪਿਤਾ ਜੀ, ਪ੍ਰਭੂ ਜੀ ਪਿਤਾ ਦਾ ਦਰਸ਼ਨ ਸਾਨੂੰ ਕਰਾਤਾ, ਸਾਨੂੰ ਤ੍ਰਿਪਤ ਆਓ। ਯਿਸੂ ਨੇ ਉਹਨੂੰ ਆਖਿਆ, ਫਿਲਿਪਸ ਇੰਨੇ ਚਿਰ ਤੋਂ ਤੁਹਾਡੇ ਨਾਲ ਹਾਂ ਮੈਂ, ਤੇ ਕੀ ਤੈਂ ਮੈਨੂੰ ਨਹੀਂ ਜਾਣਿਆ, ਔਰ ਜੇ ਮੈਨੂੰ ਵੇਖਿਆ ਉਹਨ ਪਿਤਾ ਨੂੰ ਵੇਖਿਆ, ਤੂੰ ਕਿਵੇਂ ਆਖਦਾ ਹੈ ਵੀ ਸਾਨੂੰ ਪਿਤਾ ਦਾ ਦਰਸ਼ਨ ਕਰਾ? ਕਿ ਤੂੰ ਸੱਚ ਨਹੀਂ ਮੰਨਦਾ ਜੋ ਮੈਂ ਪਿਤਾ ਵਿੱਚ ਔਰ ਪਿਤਾ ਮੇਰੇ ਵਿੱਚ, ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖਦਾ ਆਪ ਤੋਂ ਨਹੀਂ ਆਖਦਾ, ਔਰ ਪਿਤਾ ਮੇਰੇ ਵਿੱਚ ਰਹਿੰਦੇ ਆ, ਮੇਰੇ 'ਚ ਕੰਮ ਕਰਦਾ। ਮੇਰੀ ਪ੍ਰਤੀਤ ਕਰੋ ਕਿ ਮੈਂ ਪਿਤਾ ਵਿੱਚ ਤੇ ਪਿਤਾ ਮੇਰੇ ਵਿੱਚ ਹੈ ਨਹੀਂ, ਤਾਂ ਮੇਰੇ ਕੰਮਾਂ ਦੇ ਕਾਰਨ ਹੀ ਮੇਰੀ ਪ੍ਰਤੀਤ ਕਰੋ। ਮੈਂ ਤੁਹਾਨੂੰ ਸੱਚ ਆਖਦਾ, ਜੋ ਮੇਰੇ ਤੇ ਨਿਸ਼ਚਾ ਕਰਦਾ, ਜਿਹੜੇ ਇਹ ਕੰਮ ਸਾਰੇ ਮੈਂ ਕਰਦਾ ਉਹ ਵੀ ਕਰੇਗਾ, ਸਗੋਂ ਇਹਨਾਂ ਨਾਲੋਂ ਵੀ ਵੱਡੇ ਵੱਡੇ ਕੰਮ ਕਰੇਗਾ, ਕਿਉਂਕਿ ਮੈਂ ਪਿਤਾ ਕੋਲ ਜਾਣਾ ਔਰ ਤੁਸੀਂ ਮੇਰਾ ਨਾਂ ਲੈ ਕੇ ਜੋ ਕੁਛ ਮੰਗੋਗੇ ਮੈਂ ਸੋਈ ਕਰਾਂਗਾ, ਤਾਂ ਜੋ ਪੁੱਤਰ ਵਿੱਚ ਪਿਤਾ ਦੀ ਵਡਿਆਈ ਹੋਵੇ। ਜੇਕਰ ਤੁਸੀਂ ਮੇਰਾ ਨਾਂ ਲੈ ਕੇ ਕੁਛ ਮੈਥੋਂ ਮੰਗੋਗੇ ਤਾਂ ਮੈਂ ਉਹੀ ਕਰੂੰਗਾ। ਜੇ ਤੁਸੀਂ ਮੈਨੂੰ ਪਿਆਰ ਕਰਦੇ ਤਾਂ ਮੇਰੇ ਹੁਕਮ ਦੀ ਪਾਲਣਾ ਵੀ ਕਰੋਗੇ। ਮੈਂ ਆਪਣੇ ਪਿਤਾ ਤੋਂ ਮੰਗਾਂਗਾ ਤੇ ਉਹ ਤੁਹਾਨੂੰ ਦੂਜਾ ਸਹਾਇਕ ਬਖਸ਼ੇਗਾ, ਵੀ ਉਹ ਸਦਾ ਤੁਹਾਡੇ ਸੰਗ ਰਹੇ, ਅਰਥਾਤ ਸੱਚਾਈ ਦਾ ਆਤਮਾ, ਜਿਹਨੂੰ ਜਗਤ ਨਹੀਂ ਪਾ ਸਕਦਾ, ਕਿਉਂਕਿ ਉਹ ਉਸ ਨੂੰ ਵੇਖਦਾ ਨਹੀਂ ਤੇ ਨਾ ਇਸ ਨੂੰ ਜਾਣਦਾ। ਤੁਸੀਂ ਉਸ ਨੂੰ ਜਾਣਦੇ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਤੇ ਤੁਹਾਡੇ ਵਿੱਚ ਹੋਵੇਗਾ। ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ, ਮੈਂ ਤੁਹਾਡੇ ਕੋਲ ਆਵਾਂਗਾ। ਹੁਣ ਥੋੜੇ ਚਿਰ ਪਿੱਛੋਂ ਜਗਤ ਮੈਨੂੰ ਨਹੀਂ ਵੇਖੇਗਾ, ਪਰ ਤੁਸੀਂ ਮੈਨੂੰ ਵੇਖੋਗੇ, ਇਸ ਕਰਕੇ ਜੇ ਮੈਂ ਜਿਉਂਦਾ ਹਾਂ ਤੁਸੀਂ ਵੀ ਜਿਉਵੋਗੇ। ਤੁਸੀਂ ਉਸ ਦਿਨ ਜਾਣੋਗੇ ਮੈਂ ਆਪਣੇ ਪਿਤਾ ਵਿੱਚ ਤੇ ਪਿਤਾ ਮੇਰੇ ਵਿੱਚ ਹੈ, ਅਤੇ ਮੈਂ ਤੁਹਾਡੇ ਵਿੱਚ ਹਾਂ। ਜਿਸ ਕੋਲ ਮੇਰੇ ਹੁਕਮ ਹਨ ਉਹ ਉਹਨਾਂ ਦੀ ਪਾਲਣਾ ਕਰਦਾ ਹੈ, ਸੋਈ ਮੈਨੂੰ ਪਿਆਰ ਕਰਦਾ ਹੈ, ਔਰ ਜਿਹੜਾ ਮੈਨੂੰ ਪਿਆਰ ਕਰਦਾ ਮੇਰੇ ਪਿਤਾ ਦਾ ਪਿਆਰਾ ਹੋਵੇਗਾ, ਔਰ ਮੈਂ ਉਹਦੇ ਨਾਲ ਪਿਆਰ ਕਰਾਂਗਾ, ਆਪਣੇ ਤਾਈਂ ਉਸ ਉੱਤੇ ਪ੍ਰਗਟ ਕਰਾਂਗਾ। ਯਹੂਦਾ ਇਸਕਰਜੋਤੀ ਉਸਨੇ ਉਸਨੂੰ ਆਖਿਆ, ਪ੍ਰਭੂ ਜੀ ਕੀ ਹੋਇਆ ਜੋ ਤੂੰ ਆਪਣਾ ਆਪ ਸਾਡੇ ਉੱਤੇ ਪ੍ਰਗਟ ਕਰੇਗਾ ਤੇ ਜਗਤ ਉੱਤੇ ਨਹੀਂ? ਯਿਸੂ ਨੇ ਉੱਤਰਦਾ, ਜੇ ਕੋਈ ਮੈਨੂੰ ਪਿਆਰ ਕਰਦਾ ਤੇ ਮੇਰੇ ਬੱਚਿਆਂ ਦੀ ਪਾਲਣਾ ਵੀ ਕਰੇਗਾ। ਮੇਰਾ ਪਿਤਾ ਉਹਨੂੰ ਪਿਆਰ ਕਰੇਗਾ ਤੇ ਅਸੀਂ ਉਹਦੇ ਕੋਲ ਜਾਵਾਂਗੇ ਔਰ ਉਹਦੇ ਨਾਲ ਵਾਸ ਕਰਾਂਗੇ। ਜਿਹੜਾ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਬੱਚਿਆਂ ਦੀ ਪਾਲਣਾ ਵੀ ਨਹੀਂ ਕਰਦਾ। ਤੇ ਇਹ ਵਚਨ ਜੋ ਤੁਸੀਂ ਸੁਣਦੇ ਹੋ ਮੇਰਾ ਨਹੀਂ, ਸਗੋਂ ਪਿਤਾ ਦਾ ਹੈ ਜਿਹਨੇ ਮੈਨੂੰ ਘੱਲਿਆ। ਇਹ ਗੱਲਾਂ ਤੁਹਾਡੇ ਨਾਲ ਰਹਿੰਦਿਆਂ ਮੈਂ ਤੁਹਾਨੂੰ ਆਖੀਆਂ, ਪਰ ਉਹ ਸਹਾਇਕ ਅਰਥਾਤ ਪਵਿੱਤਰ ਆਤਮਾ, ਜਿਹਨੂੰ ਪਿਤਾ ਮੇਰੇ ਨਾਮ ਤੇ ਘੱਲੇਗਾ, ਸੋ ਤੁਹਾਨੂੰ ਸਭ ਕੁਝ ਸਿਖਾਏਗਾ ਤੇ ਸਭ ਕੁਝ ਜੋ ਮੈਂ ਤੁਹਾਨੂੰ ਆਖਿਆ ਤੁਹਾਨੂੰ ਚੇਤੇ ਕਰਾਏਗਾ। ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ, ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ, ਜਿਸ ਤਰ੍ਹਾਂ ਸੰਸਾਰ ਦਿੰਦਾ ਉਸ ਤਰ੍ਹਾਂ ਨਹੀਂ। ਤੁਹਾਡਾ ਦਿਲ ਨਾ ਘਬਰਾਵੇ ਤੇ ਨਾ ਹੀ ਡਰੇ। ਜੋ ਤੁਸੀਂ ਸੁਣਿਆ ਮੈਂ ਤੁਹਾਨੂੰ ਆਖਿਆ ਸੀ ਵੀ ਮੈਂ ਚਲਿਆ ਜਾਂਦਾ ਤੇ ਫਿਰ ਤੁਹਾਡੇ ਕੋਲ ਆਉਣਾ। ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਤਾਂ ਐਸ ਤੋਂ ਆਨੰਦ ਹੁੰਦੇ, ਕਿਉਂ ਜੇ ਮੈਂ ਤਾਂ ਪਿਤਾ ਕੋਲ ਜਾਂਦਾ, ਕਿਉਂ ਜੋ ਪਿਤਾ ਮੈਥੋਂ ਵੱਡਾ ਹੈ। ਤੇ ਹੁਣ ਇਸ ਗੱਲ ਦੇ ਹੋਣ ਤੋਂ ਅੱਗੇ ਮੈਂ ਤੁਹਾਨੂੰ ਦੱਸਿਆ, ਜਦ ਉਹ ਹੋ ਲਵੇ ਤਾਂ ਤੁਸੀਂ ਪ੍ਰਤੀਤ ਕਰੋ। ਫਿਰ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਨਹੀਂ ਕਰਾਂਗਾ, ਇਸ ਲਈ ਜੋ ਜਗਤ ਦਾ ਸਰਦਾਰ ਆਉਂਦਾ ਹੈ ਤੇ ਮੇਰੇ ਵਿੱਚ ਉਹਦਾ ਕੁਝ ਨਹੀਂ, ਇਸ ਲਈ ਜੋ ਜਗਤ ਨੂੰ ਮਾਲੂਮ ਹੋਵੇ ਕਿ ਮੈਂ ਪਿਤਾ ਨਾਲ ਪਿਆਰ ਕਰਦਾ ਤੇ ਪਿਤਾ ਨੇ ਮੈਨੂੰ ਆਗਿਆ ਦਿੱਤੀ ਹੈ, ਜਿਵੇਂ ਮੈਂ ਤਿਵੇਂ ਹੀ ਕਰਾਂਗਾ। ਚਲੋ ਉੱਠੋ, ਇੱਥੋਂ ਚੱਲੀਏ।
ਯਿਸੂ ਦਾ ਲੱਖ ਲੱਖ ਸ਼ੁਕਰ ਦੀ ਪਾਕ ਵਿੱਚ ਜ਼ਰੂਰ ਮੈਂ ਤੁਹਾਡੇ ਰੂਬਰੂ ਹੋ ਗਈ ਲੈ ਕੇ ਅੱਜ ਦੀ ਵਿਚਾਰਧਾਰਾ, ਜਿਹਦੇ ਵਿੱਚ ਅਸੀਂ ਇਹ ਦੇਖਣਾ ਕਿ ਕੀ ਤੁਸੀਂ ਵਚਨ ਮੁਤਾਬਕ ਜਿਉਂਦੇ ਹੋ ਜਾਂ ਵਚਨ ਤੋਂ ਬਾਹਰ। ਕਈ ਵਾਰ ਇਨਸਾਨ ਬੁਰੇ ਕੰਮ ਕਰਦਾ ਹੋਇਆ ਵੀ ਬਲੈਸਿੰਗ ਹਾਸਲ ਕਰ ਲੈਂਦਾ ਹੈ, ਦੂਜੇ ਸੋਚਦੇ ਹਨ ਕਿ ਇਹ ਸਾਰੀ ਪਰਮੇਸ਼ਰ ਵੱਲੋਂ ਹੈ, ਕਿ ਪਰਮੇਸ਼ਰ ਇਹਨੂੰ ਬਲੈਸ ਕਰੀ ਜਾਂਦਾ ਹੈ, ਜਦੋਂ ਕਿ ਕਈ ਵਾਰੀ ਉਹ ਬੁਰਾਈ ਦੇ ਵਿੱਚ ਹੁੰਦਾ ਹੋਇਆ ਵੀ ਬਲੈਸ ਹੋ ਜਾਂਦਾ ਹੈ। ਪਰ ਸ਼ੈਤਾਨ ਵੀ ਲੋਕਾਂ ਨੂੰ ਬਲੈਸਿੰਗ ਕਰਦਾ ਹੈ। ਤੇ ਅਗਰ ਅਸੀਂ ਇਸ ਦੇ ਬਾਰੇ ਵਿੱਚ ਕੁਝ ਹੋਰ ਜਾਣਨਾ ਹੋਵੇ ਤਾਂ ਖੁਦਾਵੰਦ ਯਿਸੂ ਮਸੀਹ ਜਦੋਂ 40 ਦਿਨਾਂ ਦੇ ਰੋਜ਼ੇ ਤੋਂ ਬਾਅਦ ਉਹਨਾਂ ਨੂੰ ਰੂਹ ਵਿਲਡਰਨੈਸ ਦੇ ਵਿੱਚ ਪਰਤਿਆਉਣ ਲਈ ਲੈ ਜਾਂਦਾ, ਤੇ ਸ਼ੈਤਾਨ ਖੁਦਾਵੰਦ ਯਿਸੂ ਮਸੀਹ ਨੂੰ ਦੁਨੀਆਦਾਰੀ ਦਾ ਸਾਰਾ ਜਿਹੜਾ ਜਲੋ ਜਲਵਾ ਉਹ ਆਫਰ ਕਰਕੇ ਕਹਿੰਦਾ ਹੈ ਕਿ ਜੇ ਤੂੰ ਚਾਹਵੇਂ ਮੈਨੂੰ ਤੂੰ ਮੇਰੇ ਅੱਗੇ ਗੋਡੇ ਨਵਾਵੇਂ ਤੇ ਮੈਂ ਤੈਨੂੰ ਸਾਰਾ ਕੁਝ ਦੇ ਸਕਦਾ। ਸੋ ਐਸੇ ਤਰ੍ਹਾਂ ਸ਼ੈਤਾਨ ਦੁਨੀਆ ਨੂੰ ਵੀ ਜਿਹੜੇ ਉਹਦੇ ਸਾਹਮਣੇ ਗੋਡੇ ਟੇਕ ਦਿੰਦੇ ਨੇ ਉਹਨਾਂ ਨੂੰ ਬਲੈਸਿੰਗ ਜਿਹੜੀ ਉਹ ਤਰ੍ਹਾਂ ਤਰ੍ਹਾਂ ਦੀ ਦੇ ਦਿੰਦਾ ਹੈ। ਐਂਡ ਇਸੇ ਤਰ੍ਹਾਂ ਅਸੀਂ ਅੱਗੇ ਦੇਖਦੇ ਹਾਂ ਕਿ ਕਈ ਵਾਰੀ ਸੋਚਦੇ ਕਿ ਉਹ ਬਹੁਤ ਅਮੀਰ ਹੈ, ਉਹਦੀ ਜ਼ਿੰਦਗੀ ਦੇ ਵਿੱਚ ਖੁਦਾ ਕੰਮ ਕਰ ਰਿਹਾ, ਕਿਉਂਕਿ ਕਹਿੰਦੇ ਕਿ ਜੀ ਸ਼ੌਹਰਤ ਦੌਲਤ ਤੇ ਜਿਹੜੀ ਹੈਗੀ ਆ ਇੱਜ਼ਤ ਇਹ ਖੁਦਾ ਵੱਲੋਂ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਜਿਹੜੀ ਉਹਦੀ ਜੇ ਕਈ ਵਾਰੀ ਕੋਈ ਪਰਸਨ ਜਿਹੜਾ ਬੁਰਾਈ ਦੇ ਵਿੱਚ ਹੈ ਤੇ ਉਹਦੀ ਜਿਹੜੀ ਦੌਲਤ ਤੇ ਉਹਦੀ ਜੋ ਵੀ ਸ਼ੌਹਰਤ ਆ ਉਹ ਉਹਦੇ ਪਿਓ ਵੱਲੋਂ ਆ, ਜਿਹੜਾ ਕਿ ਉਹਦਾ ਪਿਓ ਸ਼ੈਤਾਨ ਹੈ। ਇਸ ਕਰਕੇ ਅਸੀਂ ਕਈ ਵਾਰੀ ਦੇਖਿਆ ਕਿ ਅਕਸਰ ਕਈ ਵਾਰੀ ਪਰਮੇਸ਼ਵਰ ਸਾਨੂੰ ਸਿਖਾਉਣ ਲਈ ਵੀ ਕਈ ਆਪਣੇ ਤੌਰ ਤਰੀਕੇ ਵਰਤ ਸਕਦਾ ਆ। ਕਈ ਵਾਰੀ ਅਸੀਂ ਦੁਆ ਕਰਦੇ ਹਾਂ ਕਿ ਸਾਡੇ ਘਰ ਵਾਲਿਆਂ ਦਾ, ਸਾਡੇ ਪਰਿਵਾਰ ਵਾਲਿਆਂ ਦਾ, ਸਾਡੇ ਫਰੈਂਡਾਂ ਦੋਸਤ ਮਿੱਤਰਾਂ ਦਾ ਖੁਦਾਵੰਦ ਇਹਨਾਂ ਦਾ ਭਲਾ ਕਰੋ, ਖੁਦਾ ਕਰ ਵੀ ਦਿੰਦੇ। ਪਰ ਕਈ ਵਾਰੀ ਅਸੀਂ ਕਹਿੰਦੇ ਇਹਨਾਂ ਨੂੰ ਸਿਖਾਓ, ਸਿੱਧੇ ਰਸਤੇ ਤੇ ਲੈ ਕੇ ਆਓ ਤਾਂ ਕਿ ਇਹਨਾਂ ਦੀ ਰੂਹ ਦਾ ਨੁਕਸਾਨ ਨਾ ਹੋਵੇ। ਤੇ ਕਈ ਵਾਰੀ ਸਿੱਧੇ ਰਸਤੇ ਤੇ ਲੈ ਕੇ ਆਉਣ ਲਈ ਖੁਦਾਵੰਦ ਜਿਹੜਾ ਰਸਤਾ ਚੁਣਦਾ ਉਹਨਾਂ ਲਈ ਉਹ ਰਸਤਾ ਸਾਨੂੰ ਪਸੰਦ ਨਹੀਂ ਆਉਂਦਾ। ਫਰਜ਼ ਕੀਤਾ ਕਈ ਵਾਰੀ ਖੁਦਾ ਨੇ ਮਤਲਬ ਕਿਸੇ ਬਿਮਾਰੀ ਨੂੰ ਆ ਲੈਣ ਦਿੱਤਾ ਜਾਂ ਕਿਸੇ ਹੋਰ ਐਕਸੀਡੈਂਟ ਨੂੰ ਹੋ ਲੈਣ ਦਿੱਤਾ, ਉਹਦੇ ਰਾਹੀਂ ਉਹਦੀ ਜਿਹੜੀ ਹੈਗੀ ਆ ਮਤਲਬ ਨੌਬਤ ਆ ਉਹ ਤੌਬਾ ਤੱਕ ਪਹੁੰਚਣੀ ਹੁੰਦੀ। ਪਰ ਅਸੀਂ ਕਈ ਵਾਰੀ ਉਹਦੇ ਮਤਲਬ ਹਜੇ ਪਾਣੀ ਆਇਆ ਵੀ ਨਹੀਂ ਤੇ ਪਹਿਲਾਂ ਹੀ ਜੁੱਤੀਆਂ ਲਾ ਕੇ ਤਿਆਰ ਦੀ ਤਰ੍ਹਾਂ ਅਸੀਂ ਹਜੇ ਉਹ ਪਰਸਨ ਥੋੜਾ ਜਿਹਾ ਕੁਛ ਹੁੰਦਾ ਸੀ ਫਟਾਫਟ ਦੁਆ ਤੇ ਦੁਆ, ਮਤਲਬ ਉਸੇ ਵੇਲੇ ਹੋਰ ਲੋਕਾਂ ਨੂੰ ਸਾਰਿਆਂ ਨੂੰ ਫਲਾਣੇ ਤੂੰ ਮੇਰੇ ਲਈ ਦੁਆ ਕਰ, ਫਲਾਣੇ ਕਿਹੜੇ ਤੂੰ ਮੇਰੇ ਲਈ ਦੁਆ ਕਰ, ਫਲਾਣੀ ਸਿਸਟਰ ਕੋਲ, ਫਲਾਣੇ ਬ੍ਰਦਰ ਕੋਲ, ਫਲਾਣੇ ਚਰਚ ਕੋਲ, ਫਲਾਣੀ ਉਹ ਸੰਸਥਾ ਕੋਲ ਕਿ ਉਹ ਜਿਹੜਾ ਪਰਸਨ ਉਹ ਠੀਕ ਹੋ ਜਾਵੇ। ਐ ਨਹੀਂ ਮੈਂ ਕਹਿੰਦੀ ਕਿ ਸਾਨੂੰ ਦੁਆ ਨਹੀਂ ਕਰਾਉਣੀ ਚਾਹੀਦੀ, ਪਰ ਕਈ ਵਾਰੀ ਅਸੀਂ ਖੁਦਾ ਨੂੰ ਉਹਦੇ ਰਾਸਤੇ ਥਾਣੀ ਜਿਹੜੇ ਸਾਨੂੰ ਉਹ ਚਲਾ ਕੇ ਲੈ ਕੇ ਜਾਣਾ ਚਾਹੁੰਦਾ ਹੈ ਠੀਕ ਕਰਨ ਨੂੰ, ਅਸੀਂ ਉਹ ਕਰ ਨਹੀਂ ਦਿੰਦੇ ਤੇ ਅਸੀਂ ਕਹਿੰਦੇ ਕਿ ਜਲਦੀ ਜਲਦੀ ਬਸ ਇਹ ਪਹਿਲਾਂ ਹੀ ਹੁਣ ਮਤਲਬ ਦੌੜਦਾ ਹੋ ਜਾਵੇ ਇਹ ਹਨਾ। ਅਸੀਂ ਕਈ ਵਾਰੀ ਖੁਦ ਵੀ ਆਪਣੇ ਜਿਹੜੇ ਮਤਲਬ ਬਾਲਾਂ ਦੀ ਜਾਂ ਬੱਚਿਆਂ ਦੀ ਕਈ ਵਾਰੀ ਜਿਹੜੇ ਤਰੀਕੇ ਨਾਲ ਖੁਦਾ ਪਰਵਰਿਸ਼ ਕਰਨਾ ਚਾਹੁੰਦਾ ਅਸੀਂ ਉਹਦੇ ਵਿੱਚ ਰਾਹ ਵਿੱਚ ਰੋੜਾ ਬਣਦੇ ਹਾਂ। ਹੁਣ ਤੁਸੀਂ ਕਈ ਵਾਰੀ ਦੇਖਦੇ ਹੋ ਕਿ ਕਈ ਵਾਰੀ ਕਿਸੇ ਉੱਤੇ ਬੜੀ ਗਰੀਬੀ ਹੁੰਦੀ ਹੈ, ਰੋਜ਼ਾ ਵੀ ਜਿਹੜਾ ਹੈ ਨਾ ਉਹ ਤੇ ਕਈ ਵਾਰੀ ਰੱਖਿਆ ਜਾਂਦਾ ਕਿ ਸਾਨੂੰ ਅਸੀਂ ਖੁਦਾ ਨੂੰ ਭੁੱਖ ਜਿਹੜੀ ਆ ਉਹ ਆਪਣੀ ਦਿਖਾਣਾ ਚਾਹ ਰਹੇ ਹਾਂ, ਅਸੀਂ ਉਹਦੇ ਵਾਸਤੇ ਮਤਲਬ ਭੁੱਖੇ ਵੀ ਰਹਿ ਰਹੇ ਕਿ ਅਸੀਂ ਖੁਦਾ ਦੇ ਅੱਗੇ ਭੁੱਖੇ ਰਹਿ ਕੇ ਕੋਈ ਚੀਜ਼ ਜਿਹੜੀ ਆ ਉਹ ਉਹਦੀ ਪੂਰੀ ਕਰਵਾਉਣਾ ਚਾਹੁੰਦੇ ਹਾਂ ਨਾ। ਕਈ ਵਾਰੀ ਅਸੀਂ ਰੋਜ਼ਾ ਇਸ ਕਰਕੇ ਵੀ ਰੱਖਦੇ। ਐਂਡ ਜਦੋਂ ਕੋਈ ਕਿਸੇ ਹੋਰ ਤਰ੍ਹਾਂ ਦੀ ਕਿਸੇ ਘਰ ਦੇ ਵਿੱਚ ਪੰਗੀ ਚੱਲ ਰਹੀ, ਫਾਕੇ ਚੱਲ ਰਹੇ ਤੇ ਅਸੀਂ ਉਹ ਨਹੀਂ ਸਮਝਦੇ ਕਿ ਕਈ ਵਾਰੀ ਖੁਦਾ ਕਿਸ ਤੌਰ ਤਰੀਕੇ ਵਿੱਚੋਂ ਕੱਢ ਕੇ ਲੈ ਕੇ ਜਾਣਾ ਚਾਹ ਰਿਹਾ ਹੁੰਦਾ ਤੁਹਾਨੂੰ। ਇਸ ਕਰਕੇ ਅੱਜ ਦਾ ਜਿਹੜਾ ਹੈਗਾ ਕਿ ਕੀ ਤੁਸੀਂ ਵਚਨ ਮੁਤਾਬਕ ਜਿਉਂਦੇ ਹੋ, ਇਸ ਦੇ ਵਿੱਚ ਅਸੀਂ ਦੇਖਿਆ ਆ ਕਿ ਅਸੀਂ ਐਕਚੁਅਲੀ ਜਾਣਦੇ ਨਹੀਂ ਕਿ ਖੁਦਾ ਦਾ ਵਚਨ ਸਾਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਅਸੀਂ ਉਹਦੇ ਵਿੱਚੋਂ ਜਿਹੜੀ ਚੀਜ਼ ਸਾਨੂੰ ਚਾਹੀਦੀ ਆ ਜਿਸ ਤਰੀਕੇ ਨਾਲ ਵੀ ਅਸੀਂ ਕਈ ਵਾਰੀ ਉਹਨੂੰ ਉਸ ਤਰੀਕੇ ਨਾਲ ਮਤਲਬ ਲੈ ਲੈਣੇ। ਅਗਰ ਕੋਈ ਕਿਸੇ ਪਰਸਨ ਦੀ ਜਿਹੜੀ ਨੌਕਰੀ ਆ ਉਹ ਹੈਗੀ ਆ ਡਾਂਸ, ਉਹਦਾ ਪੇਸ਼ਾ ਡਾਂਸ ਆ, ਅਸੀਂ ਕਹਿੰਦੇ ਇਹ ਕਿੱਦਾਂ ਚੱਲਿਆ ਜਾਊਗਾ ਸਵਰਗ ਦੇ ਵਿੱਚ, ਐ ਡਾਂਸ ਕਰਿਆ, ਇਹ ਫਿਲਮ ਦੇਖ ਰਿਹਾ, ਇਹ ਕਿੱਦਾਂ ਖੁਦਾ ਉਹਦੇ ਵਿੱਚ ਚਲਿਆ ਜਾਊਗਾ, ਇਹ ਕਿੱਦਾਂ ਮਤਲਬ ਜਿਹੜਾ ਇਹ ਹੋ ਸਕਦਾ ਹੈ। ਤੇ ਹੋ ਸਕਦਾ ਉਹਦੀ ਉਹ ਜੌਬ ਹੋਵੇ ਕਿ ਉਹਦੀ ਐਂਟਰਟੇਨਮੈਂਟ ਉਹਦਾ ਜਿਹੜਾ ਪੇਸ਼ਾ ਐਂਟਰਟੇਨਮੈਂਟ ਦਾ ਹੋਵੇ। ਐਂਡ ਕਿਉਂਕਿ ਅਸੀਂ ਅਗਰ ਖੁਦਾ ਨੂੰ ਦੇਖੀਏ ਤੇ ਖੁਦਾ ਨੇ ਲੋਕਾਂ ਨੂੰ ਮਤਲਬ ਖੁਸ਼ੀ ਹਾਸਲ ਕਰਨ ਲਈ ਜਦੋਂ ਉਹਨਾਂ ਦਾ ਤੇ ਦੇਣ ਲਈ ਖੁਸ਼ੀ, ਜਦੋਂ ਉਹਨਾਂ ਦਾ ਨਹੀਂ ਵੀ ਟਾਈਮ ਆਇਆ ਸੀ ਮੌਜ਼ੇ ਕਰਨ ਦਾ, ਉਹਨਾਂ ਨੇ ਕਾਲਨਾ ਏ ਗਲੀਲ ਦੇ ਵਿੱਚ ਮੌਜ਼ਾ ਕਰ ਦਿੱਤਾ ਕਰਕੇ ਉਹਨਾਂ ਨੂੰ ਵਾਹ ਉਹਨਾਂ ਦੀ ਹੋ ਗਈ ਕਿ ਜੇ ਤੁਸੀਂ ਪੁਰਾਣੀ ਮੈਂ ਜਿਹੜੀ ਆ ਉਹ ਹੁਣੇ ਤੱਕ ਹਜੇ ਤੱਕ ਸਾਂਭ ਰੱਖੀ ਆ। ਲੋਕੀ ਤੇ ਸਭ ਤੋਂ ਪਹਿਲਾਂ ਜਿਹੜੀ ਆ ਉਹ ਪੁਰਾਣੀ ਮੈਂ ਦਿੰਦੇ ਤੇ ਬਾਅਦ ਜਦੋਂ ਲੋਕੀ ਨਸ਼ਈ ਹੋ ਜਾਣ ਤਾਂ ਉਦੋਂ ਉਹਨਾਂ ਨੂੰ ਨਵੀਂ, ਪਰ ਖੁਦਾਵੰਦ ਯਿਸੂ ਮਸੀਹ ਨੇ ਉਹਨਾਂ ਨੂੰ ਖੁਸ਼ ਕਰ ਦਿੱਤਾ, ਉਹਨਾਂ ਦੀ ਵਾਹ ਕਰਵਾ ਦਿੱਤੀ। ਐਸੇ ਤਰ੍ਹਾਂ ਕਈ ਵਾਰੀ ਅਸੀਂ ਜਿਹੜੀਆਂ ਅੱਖਾਂ ਨਾਲ ਦੇਖ ਰਹੇ ਹੁੰਦੇ ਉਹ ਕਈ ਵਾਰੀ ਸਾਨੂੰ ਠੀਕ ਤਰੀਕੇ ਨਾਲ ਨਹੀਂ ਦੱਸਦੀਆਂ ਕਿ ਖੁਦਾਵੰਦ ਯਿਸੂ ਮਸੀਹ ਵੀ ਕਾਨਾ ਗਲੀਲ ਦੇ ਜਿਹੜੇ ਵਿਆਹ ਆ ਉਹਦੇ ਵਿੱਚ ਖੁਸ਼ੀ ਦੇ ਵਿੱਚ ਜ਼ਰੂਰ ਖੁਸ਼ ਹੋਏ। ਉਹਨਾਂ ਨੇ ਕਿਹਾ ਖੁਸ਼ੀ 'ਚ ਖੁਸ਼ ਹੋਵੋ, ਉਹ ਨੱਚੇ ਹੋਣਗੇ, ਉਹ ਵੀ ਖੁਸ਼ੀ ਹਾਲੀ ਉਹਨਾਂ ਨੇ ਜ਼ਾਹਰ ਕੀਤੀ ਹੋਗੀ। ਦਾਊਦ ਨਬੀ ਜਿਹੜਾ ਸਾਨੂੰ ਪਤਾ ਲੱਗਿਆ ਕਿ ਉਹ ਨੱਚਿਆ, ਖੁਦਾ ਦੀ ਹਜ਼ੂਰੀ ਲਈ ਨੱਚਦਾ ਸੀ, ਖੁਦਾ ਦੀ ਖੁਸ਼ ਕਰਨ ਲਈ ਨੱਚਦਾ ਸੀਗਾ।
ਖੁਦਾ ਮੈਂ ਯਿਸੂ ਮਸੀਹ ਦੁਖੀਆਂ ਨਾਲ ਦੁਖੀ ਵੀ ਹੋਏ। ਜੋ ਸਾਨੂੰ ਪਤਾ ਹੈ ਕਿ ਜਦੋਂ ਉਹਨਾਂ ਨੇ ਲਾਜ਼ਰਸ ਦੀ ਮੌਤ ਦੇ ਉੱਤੇ ਸਭ ਤੋਂ ਛੋਟੀ ਜਿਹੜੀ ਆਇਤ ਹੈ ਯਿਸੂ ਜੀਸਸ ਵੈਪਟ, ਯਿਸੂ ਰੋਇਆ, ਉਹ ਹੋਈ ਹੈ ਨਾ। ਸੋ ਅਗਰ ਅਸੀਂ ਇਹ ਦੇਖਦੇ ਹਾਂ ਕਿ ਖੁਦਾ ਦੀ ਹਜ਼ੂਰ ਦੇ ਵਿੱਚ ਸਾਨੂੰ ਹਨਾ ਮਤਲਬ ਬਣੇ ਰਹਿਣ ਲਈ ਉਹਦੇ ਵਚਨ ਨੂੰ ਸਮਝਣਾ, ਉਹਦੇ ਵਚਨ ਨੂੰ ਜਾਣਨਾ, ਉਹਦੇ ਵਚਨ ਨੂੰ ਮੰਨਣਾ, ਜਿਹੜਾ ਸਾਨੂੰ ਮੰਨਣਾ ਜ਼ਰੂਰ ਪਏਗਾ। ਤੁਸੀਂ ਮੇਰੇ ਨਾਲ ਕ੍ਰੋਨਿਕਲ ਜਿਹਨੂੰ ਆਪਾਂ ਇਤਿਹਾਸ ਤਵਾਰੀਖ ਦੂਸਰੀ ਤਵਾਰੀਖ ਦੇ 20ਵੇਂ ਚੈਪਟਰ ਦੀ 9ਵੀਂ ਆਇਤ ਖੋਲੋ ਤਾਂ ਕਿ ਅਸੀਂ ਦੇਖੀਏ ਕਿ ਕਿਸ ਤਰੀਕੇ ਦੇ ਨਾਲ ਖੁਦਾ ਸਾਡੇ ਨਾਲ ਗੱਲ ਕਰਦਾ ਹੈ ਹਨਾ। ਜੇ ਕਿਤੋਂ ਵੱਡੀ ਤੋਂ ਵੱਡੀ ਮੁਸ਼ਕਿਲ ਵੀ ਜਿਹੜੀ ਉਹ ਤੁਹਾਡੇ ਸਾਹਮਣੇ ਆ ਜਾਵੇ ਕਿ ਜਿਹੜੇ ਵੀ ਮਰਜ਼ੀ ਰੂਪ ਵਿੱਚ ਚਾਹੇ ਤਲਵਾਰ ਦੇ ਰੂਪ ਵਿੱਚ, ਚਾਹੇ ਧੋਖਾਧੜੀ ਦੇ ਰੂਪ ਵਿੱਚ, ਚਾਹੇ ਮੁਕੱਦਮੇਬਾਜ਼ੀ ਦੇ ਰੂਪ ਵਿੱਚ, ਚਾਹੇ ਬਿਮਾਰੀ ਜਾਂ ਕਾਲ ਦੇ ਰੂਪ ਵਿੱਚ, ਅਸੀਂ ਪਰਮੇਸ਼ਵਰ ਦੀ ਹੈਕਲ ਵਿਚਲੇ ਮਜ਼ਬੇ ਉਹਦੇ ਉੱਤੇ ਤੇਰੇ ਨਾਂ ਵਿੱਚ ਖੜੇ ਹਾਂ ਕਿਉਂਕਿ ਤੂੰ ਉੱਥੇ ਹੈ। ਆਪਣੀ ਮੁਸ਼ਕਲਾਂ ਵਿਚਲੇ ਰੋਣ ਲਈ ਤੂੰ ਸਾਨੂੰ ਬਚਾਵੇਂਗਾ, ਸਾਡੀ ਆਵਾਜ਼ ਸੁਣੇਗਾ ਕਿਉਂਕਿ ਮੈਂ ਚੰਗੀ ਤਰ੍ਹਾਂ ਜਾਣਦਾ ਜਾਂ ਜਾਣਦੀ ਹਾਂ। ਭਾਵੁਕਤਾ ਵਿੱਚ ਵੀ ਜਦੋਂ ਆਓ ਤਾਂ ਡਰੋ ਨਾ, ਭਾਵੇਂ ਤੁਹਾਡੀਆਂ ਮੁਸ਼ਕਲਾਂ ਨਰਕ ਤੋਂ ਵੀ ਭੈੜੀਆਂ ਕਿਉਂ ਨਾ ਹੋਣ, ਕਿਉਂਕਿ ਤੁਸੀਂ ਮੁਸ਼ਕਲਾਂ ਤੋਂ ਉੱਚੇ ਯਿਸੂ ਜੀਸਸ ਕ੍ਰਾਈਸਟ ਜਿਹਨੂੰ ਆਪਾਂ ਕਹਿੰਦੇ ਆ ਖੁਦਾਵੰਦ ਯਿਸੂ ਮਸੀਹ, ਪ੍ਰਭੂ ਯਿਸੂ ਮਸੀਹ, ਅਸੀਂ ਉਹਦੇ ਵਿੱਚ ਜ਼ਿੰਦਗੀ ਹਾਸਲ ਕਰ ਰਹੇ ਨੇ ਕਿਉਂਕਿ ਉਹਨੇ ਲਾਜ਼ਰਸ ਨੂੰ ਜਿਹੜੀ ਉਹ ਮੌਤ ਦੇ ਵਿੱਚੋਂ ਜਿਹੜਾ ਉਹਨੂੰ ਜਿੱਤ ਪ੍ਰਾਪਤ ਕਰਕੇ ਜਗਾਇਆ। ਸੋ ਟੁਡੇਜ਼ ਵਰਡ ਆਮ ਗੋਨਾ ਕਨਕਲੂਡ ਇਨ English. My service user is also participating and speaking, and you can hear her talk behind. Actually, what we are saying today, are you according the word? Sometimes we see this person is really not good at all. He's watching film, he's dancing, and he's not doing the doing. But why God is still blessing him? And sometimes you don't understand that the Satan is also, he has got ability to bless people, as he was saying to Lord Jesus Christ, if you bow your head in front of me, then I'm able to give you all this world's fame and this world's everything. But Lord Jesus Christ did not, and he said, my Father also said that the word of God is much better than food, and is capable of giving me the same strength which food does. So if you are, suppose you are fasting and then you're trying to do some prayers which goes only some of your some problems, some demonic forces only go away with the fasting and praying. So and suppose God wants to take you down that route, but you don't want to understand that you don't want to go through that route, so you are keep on praying for more like a comfort zone. Sometimes God wants to take you out of the comfort zone, and he wants to teach you through wilderness, and sometimes he wants to teach your whole children through wilderness, and you have got to have a stomach to be able to stomach that. If there's some kind of illness or some kind of accident, instead of standing with God with this prayer which Second Chronicle 20 chapter 20 verse 9, where it says that whatever there is whatever if it's the sword, or if it's any problem, if it's a problem of judgment, or any sickness, or famine, or even betrayal, you have got a right to go to the altar of God, and we are standing there because you are there, and so you are giving us victory, and you are listening to our voice, and you will save us because you have understood, you heard our cry in this painful, in this difficult moment, and we know we are gonna overcome. So when you recite, you meditate upon the Second Chronicle chapter 20 verse 9, and God, you will come out of it, even if the problems are worse as COVID, or if it's worse as any other loss of job, or any sickness, or anything. You can come out of it. So then sometimes people are judging one another, saying that, oh, she's dancing, how can she be from God, how can she go to heaven? Oh, she's watching film, how can she go to God, how can she go to heaven, how is she from God?
Sometimes some people, it could be someone's job, it could be someone's profession, could be entertainment, someone's profession could be trying to, therapeutic, way of teaching or trying to educating people in that manner. So you shouldn't really think that you have got right to actually judge people. That's where things start going wrong. So today we learn, if Lord Jesus Christ, he danced on the on the wedding on Cana Galil, so he is Canaan. When he turned water into wine, when he turned water into wine, not wine into water into wine. Obviously, if someone is in thirst of water and there's a wine, they could ask God to turn that water into wine, and I'm sure they will be able to have that as well. But over there, people's need were that they wanted the water to turn into wine, because they wanted to serve their whole congregation, whole wedding, and the wine was their wine was finished. So that's how we can actually we can live according to the word, when we believe in a word and when we actually live and go through that word in the name of Lord Jesus Christ. So I'm sure you would benefit from this word. So we are trying to, I'm just going to finish this with one song, which is a शिफाएं और भी दे देंगे पर वो गम को कुरे देंगे, अब दे शिफा न देगा कोई, अब दे शिफा के लिए यीशु चाहिए, यीशु चाहिए। दुआ पर मेरी कान धर ऐ खुदा, परेशान आजिज़ हूँ बंदा तेरा। दुआ पर मेरी कान धर ऐ खुदा, परेशान आजिज़ हूँ बंदा तेरा। हिफाजत तू कर मेरी इस जान की, तुझे पे है बस मेरा ईमान भी। हिफाजत तू कर मेरी इस जान की, तुझे पे है बस मेरा ईमान भी। दुआ पर मेरी कान धर ऐ खुदा, परेशान आजिज़ हूँ बंदा तेरा। दुआ पर मेरी कान धर ऐ खुदा, परेशान आजिज़ हूँ बंदा तेरा। तेरा रहम ऐसों पे है बेशुमार, तेरे नाम की जो मैं कर
हालेलुया हालेलुया। सर्वशक्तिमान खुदा जो समसियत महान तुझे है जो सीसों दा बराजमान खुदावंद तेरी पाक पवित्र तुझ मैं अज दे दिन ਲਈ तेरा शुक्र करदी हां खुदावंद। जिन्ने भी लोग खुदावंद इस वेले सुन रहे ने खुदावंद उन्हां सारे ते अपनी बख्शिश कर खुदावंद। ਜਿਹੜੇ ਵੀ ਲੋਕ ਤੇਰੇ ਕੋਲ ਆਉਣਾ ਚਾਹੁੰਦੇ ਨੇ ਪਰ ਖੁਦਾਵੰਦ ਸ਼ੈਤਾਨ ਨੇ ਉਹਨਾਂ ਦੀਆਂ ਅੱਖਾਂ ਤੇ ਪੱਟੀਆਂ ਬੰਨੀਆਂ ਉਹਨਾਂ ਸਾਰਿਆਂ ਨੂੰ ਮੈਂ ਰਿਬਿਊਕ ਕਰਦੀ ਹਾਂ ਤਾਂ ਕਿ ਖੁਦਾਵੰਦ ਉਹਨਾਂ ਦੀਆਂ ਸ਼ੈਤਾਨ ਦੀਆਂ ਪੱਟੀਆਂ ਨੂੰ ਬਲੌਕੇਜ ਨੂੰ ਰਿਬਿਊਕ ਕਰਦੇ ਖੁਦਾਵੰਦ ਤਾਂ ਕਿ ਉਹ ਤੇਰੇ ਕੋਲ ਆ ਸਕਣ ਤੇਰੇ ਨਾਲ ਜੁੜ ਸਕਣ ਤੇਰੇ ਕੋਲ ਤੈਨੂੰ ਪਾ ਸਕਣ। I ask your urgent intervention. I cover each and everybody with the blood of Lord Jesus Christ and I thank you for listening to my prayer in the name of Lord Jesus Christ. Amen, Amen and Amen. ਮੇਰੇ ਪਿਤਾ ਤੂੰ ਜਿਹੜਾ स्वर्ग ਵਿੱਚ ਹੈ तेरा नाम पाक मन्निया जावे तेरा राज आवे तेरी मर्जी जिहड़ी आसमान ते पूरी हुंदी ओ ज़मीना उत्ते भी होवे साडी रोज़ दी रोटी सानू अज फिर दे ते माफ कर साडे कर्जे जिवें असीं भी अपने करजाइयां नू माफ कीता परतावे विच ना लिया सगों हर बुराई तो बचा पातशाह ते कुदरत जलाल सब कुछ तेरा। ਯਿਸੂ ਦਾ ਪਾਕ ਮਜ਼ਬੂਤ ਤੁਹਾਡੇ ਲਈ ਪੇਸ਼ ਕਰ ਰਿਹਾ ਹੈ ਬਾਈਬਲ ਸਟੱਡੀ ਅੱਜ ਦਾ ਵਿਚਾਰ ਤੇ ਲਾਈਫ ਚੇਂਜਿੰਗ ਸਟੱਡੀ ਐਂਡ ਮੈਸੇजेस। ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਨਹੀਂ ਭੁੱਲਣਾ ਤਾਂ ਕਿ ਤੁਸੀਂ ਦੂਸਰਿਆਂ ਤੱਕ ਘਰੇ ਬੈਠੇ ਬਿਠਾਏ ਖੁਸ਼ਖਬਰੀ ਪਹੁੰਚਾ ਸਕੋ ਤੇ ਖੁਦਾਵੰਦ ਯਿਸੂ ਮਸੀਹ ਦਾ ਹੁਕਮ ਪਹੁੰਚਾ ਸਕੋ। ਜੈ ਮਸੀਹ ਦੀ ਹਰ ਸ਼ੈ ਮਸੀਹ ਦੀ ਤੁਸੀਂ ਤੇ ਮੈਂ ਮਸੀਹ ਦੀ।